हाँ जी, सत श्री अकाल गेम चेंजर्स ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਇਤਿਹਾਸ ਤੇ ਵਰਤਮਾਨ ਦੋਵੇਂ ਗਵਾਹ ਹਨ ਕਿ ਜਿਹੜੀਆਂ ਕੌਮਾਂ ਦੀ ਨਵੀਂ ਪੀੜ੍ਹੀ ਆਪਣੇ ਸ਼ਹੀਦਾਂ ਆਪਣੇ ਵਡੇਰਿਆਂ ਦੇ ਡੁੱਲੇ ਲਹੂ ਨੂੰ ਯਾਦ ਰੱਖਦੀ ਹੈ, ਉਹੀ ਕੌਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ ਤੇ ਰਾਜ ਕਰਦੀਆਂ ਹਨ। ਤੇ ਨਵੀਂ ਪੀੜ੍ਹੀ ਦੀ ਪਛਾਣ ਇਹਨਾਂ ਸੂਰਮਿਆਂ ਨਾਲ ਕਰਾਉਣ ਦਾ ਕੰਮ ਕਰਦੇ ਹਨ ਸਾਡੇ ਇਤਿਹਾਸਕਾਰ। ਪਰ ਜਿੱਥੇ ਬਾਕੀ ਕੌਮਾਂ ਦੇ ਇਤਿਹਾਸਕਾਰਾਂ ਨੇ ਆਪਣੇ ਸੂਰਮਿਆਂ ਦੇ ਮਹਾਨ ਕਾਰਜਾਂ ਨਾਲ ਤਾਂ ਰੂਬਰੂ ਕਰਵਾਇਆ ਹੀ ਹੈ, ਉਹਨਾਂ ਦੀਆਂ ਕਮੀਆਂ ਨੂੰ ਵੀ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਉਹਨਾਂ ਦੇ ਗੁਣ ਹੀ ਹੋਣ। ਪਰ ਸਿੱਖ ਕੌਮ ਦੀ ਇਹ ਬੜੀ ਵੱਡੀ ਤਰਾਸਦੀ ਰਹੀ ਹੈ ਕਿ ਸਾਡੇ ਇਤਿਹਾਸਕਾਰਾਂ ਨੇ ਸਾਡੇ ਯੋਧਿਆਂ ਦੇ ਮਹਾਨ ਸੂਰਮਿਆਂ ਦੇ ਗੁਣਾਂ ਦੀ ਥਾਂ ਅਵਗੁਣਾਂ ਨੂੰ ਉਭਾਰਨ ਤੇ ਵੱਧ ਜ਼ੋਰ ਦਿੱਤਾ ਹੈ ਤੇ ਇਹ ਲੋਕ ਮਹਾਂਪੁਰਖਾਂ ਦੇ ਮਹਾਨ ਕਾਰਜਾਂ ਤੇ ਧੂੜ ਪਾ ਕੇ ਕਮੀਆਂ ਨੂੰ ਨਵੀਆਂ ਖੋਜਾਂ ਦਾ ਨਾਮ ਦਿੰਦੇ ਹਨ ਤਾਂ ਕਿ ਆਪ ਵਾਹਵਾਹੀ ਲੁੱਟ ਸਕਣ। ਇੱਥੋਂ ਤੱਕ ਕਿ ਇਹਨਾਂ ਨੀਚ ਲੋਕਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਲਿਖੇ ਦਸਮ ਗ੍ਰੰਥ ਤੇ ਵੀ ਕਿੰਤੂ ਪਰੰਤੂ ਕਰਦੇ ਸਮੇਂ ਸ਼ਰਮ ਮਹਿਸੂਸ ਨਹੀਂ ਕੀਤੀ। ਇਹਨਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਵੀ ਆਰੋਪ ਲਾਏ ਕਿ ਉਹਨਾਂ ਡਰ ਦੇ ਮਾਰੇ ਗੁਰੂ ਤੋਂ ਮੁੱਖ ਫੇਰ ਕੇ ਗ੍ਰਿਫਤਾਰੀ ਦੇ ਦਿੱਤੀ ਸੀ। ਪਰ ਜਿਹੜੇ ਸੂਰਮੇ ਨੇ ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਵਾ ਕੇ ਅੱਖਾਂ ਹੱਥ ਪੈਰ ਵੱਢੇ ਜਾਣ ਤੋਂ ਬਾਅਦ ਵੀ ਗੁਰੂ ਨੂੰ ਪਿੱਠ ਨਾ ਦਿਖਾਈ ਹੋਵੇ, ਉਹ ਗੁਰੂ ਦੀ ਕਹਿਣੀ ਤੋਂ ਬਾਹਰ ਕਿਵੇਂ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਇਹਨਾਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ, ਮਹਾਰਾਣੀ ਜਿੰਦ ਕੌਰ ਕਿਸੇ ਨੂੰ ਵੀ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ। ਇਹਨਾਂ ਗੱਦਾਰਾਂ ਦੀ ਕਲਮ ਨੇ ਇਸੇ ਲਾਈਨ ਵਿੱਚ ਲਿਆ ਕੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਖੜਾ ਕਰ ਦਿੱਤਾ ਹੈ। ਆਖੇ ਮਹਾਰਾਜਾ ਰਣਜੀਤ ਸਿੰਘ ਇੱਕ ਅਯਾਸ਼ ਤੇ ਸ਼ਰਾਬੀ ਟਾਈਪ ਦਾ ਬਾਦਸ਼ਾਹ ਸੀ। ਉਸ ਦੇ ਹਰਮ ਵਿੱਚ ਕਈ ਸੌ ਰਾਣੀਆਂ ਸੀ ਤੇ ਉਹ ਸਾਰਾ ਦਿਨ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਸ਼ੁਕਰ ਹੈ ਵਾਹਿਗੁਰੂ ਜੀ ਦਾ ਕਿ ਕੁਝ ਲਿਖਾਰੀ ਹਜੇ ਵੀ ਕੌਮ ਦੇ ਸੂਰਮਿਆਂ ਨੂੰ ਸਹੀ ਪਛਾਣ ਦਿਵਾਉਣ ਲਈ ਕੋਸ਼ਿਸ਼ ਕਰ ਰਹੇ ਹਨ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਇਹੋ ਜਿਹੀ ਇੱਕ ਛੋਟੀ ਜਿਹੀ ਕੋਸ਼ਿਸ਼ ਅਸੀਂ ਵੀ ਇਸ ਚੈਨਲ ਰਾਹੀਂ ਕਰ ਰਹੇ ਹਾਂ। ਇਸ ਕੜੀ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਧਰਤੀ ਤੇ ਏਸ਼ੀਆ ਦੇ ਸਭ ਤੋਂ ਵੱਡੇ ਰਾਜ ਦੀ ਸਥਾਪਨਾ ਕਰਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ। ਉਹਨਾਂ ਦਾ ਜਨਮ 13 ਨਵੰਬਰ 1780 ਨੂੰ ਮਾਤਾ ਰਾਜ ਕੌਰ ਦੀ ਉਦਰ ਤੋਂ ਸ਼ੁਕਰਚੱਕੀਆ ਮਿਸਲ ਵਿੱਚ ਉਸ ਸਮੇਂ ਹੋਇਆ ਜਦੋਂ ਪੰਜਾਬ ਕਈ ਛੋਟੀਆਂ-ਛੋਟੀਆਂ ਮਿਸਲਾਂ ਵਿੱਚ ਵੰਡਿਆ ਹੋਇਆ ਸੀ ਜੋ ਨਿੱਤ ਇੱਕ ਦੂਜੇ ਨਾਲ ਲੜਦੀਆਂ ਰਹਿੰਦੀਆਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਮਾਹ ਸਿੰਘ ਸੀ, ਪਰ ਉਹਨਾਂ ਦੇ ਜੀਵਨ ਤੇ ਦਾਦਾ ਚੜ੍ਹਤ ਸਿੰਘ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਭਾਵੇਂ ਦਾਦੇ ਪੋਤੇ ਦਾ ਕਦੀ ਮਿਲਾਪ ਨਹੀਂ ਹੋ ਸਕਿਆ ਕਿਉਂਕਿ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ। ਤੁਸੀਂ ਉਹ ਕਹਾਵਤ ਤਾਂ ਸੁਣੀ ਹੋਣੀ ਹੈ, ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ, ਯਾਨੀ ਕਿ ਜੋ ਖਾ ਪੀ ਲਿਆ ਬਸ ਉਹੀ ਆਪਣਾ ਹੈ, ਬਾਕੀ ਤਾਂ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ ਹੈ। ਇੱਕ ਵਾਰ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਫੌਜਦਾਰ ਨੂੰ ਇੱਕ ਸਵਾਲ ਕੀਤਾ ਸੀ ਕਿ ਮੈਂ ਮਰਹੱਟਿਆਂ ਦਾ ਇੱਕ ਵਾਰ ਲੱਕ ਤੋੜਿਆ ਪਾਣੀਪਤ ਦੇ ਮੈਦਾਨ ਵਿੱਚ, ਉਸ ਤੋਂ ਬਾਅਦ ਮਰਹੱਟੇ ਮੇਰੇ ਸਾਹਮਣੇ ਸਿਰ ਨਹੀਂ ਚੁੱਕ ਸਕੇ। ਮੇਰੇ ਘੋੜੇ ਦੀਆਂ ਟਾਪਾਂ ਇੱਕ ਵਾਰ ਜਦੋਂ ਦਿੱਲੀ ਸ਼ਹਿਰ ਵਿੱਚ ਪਈਆਂ, ਅਜੇ ਤੱਕ ਦਿੱਲੀ ਵਿੱਚ ਕੋਈ ਇਦਾਂ ਦਾ ਸੂਰਮਾ ਨਹੀਂ ਜੰਮਿਆ ਜੋ ਮੈਨੂੰ ਵੰਗਾਰ ਸਕੇ। ਭਈਆ ਚੜ੍ਹਤ ਸਿੰਘ ਕੌਣ ਹੈ? ਮੈਂ ਜਦੋਂ ਵੀ ਦਿੱਲੀ ਤੋਂ ਧਨ ਦੌਲਤ ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲਿਆਉਂਦਾ ਹਾਂ, ਕਿਤੇ ਮੈਨੂੰ ਚੜ੍ਹਤ ਸਿੰਘ ਘੇਰਦਾ ਹੈ, ਕਿਤੇ ਬਘੇਲ ਸਿੰਘ। ਆ ਕੌਣ ਨੇ? ਇਹਨਾਂ ਮੇਰੀ ਨੱਕ 'ਚ ਦਮ ਕੀਤਾ ਹੋਇਆ ਹੈ। ਹੁਣ ਗੌਰ ਕਰਨ ਵਾਲੀ ਗੱਲ ਹੈ ਕਿ ਸਾਰੇ ਭਾਰਤ ਨੂੰ ਆਪਣੀ ਜੁੱਤੀ ਥੱਲੇ ਰੱਖਣ ਵਾਲਾ ਬਾਦਸ਼ਾਹ ਜੇ ਕਿਸੇ ਤੋਂ ਡਰ ਮਹਿਸੂਸ ਕਰ ਰਿਹਾ ਹੈ ਤਾਂ ਉਹ ਹੈ ਇੱਕ ਛੋਟੀ ਜਿਹੀ ਮਿਸਲ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਜੀ। ਤੇ ਤੁਸੀਂ ਸਰਦਾਰਾਂ ਦੇ 12 ਵੱਜਣ ਵਾਲੀ ਘਟਨਾ ਦੇ ਪਿੱਛੇ ਦੀ ਕਹਾਣੀ ਤਾਂ ਸੁਣੀ ਹੋਣੀ ਹੈ। ਇਹ ਕਹਾਣੀ ਸਰਦਾਰ ਚੜ੍ਹਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨਾਲ ਹੀ ਸੰਬੰਧਿਤ ਹੈ। 5 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਚੇਚਕ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਜਾਂਦੀ ਹੈ। ਪਰ ਫਿਰ ਵੀ 9-10 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹ ਯੁੱਧ ਕਲਾ ਵਿੱਚ ਪੂਰੀ ਤਰ੍ਹਾਂ ਮਾਹਿਰ ਹੋ ਜਾਂਦੇ ਹਨ ਤੇ ਆਪਣੇ ਪਿਤਾ ਨਾਲ ਜੰਗੀ ਅਭਿਆਨਾਂ ਤੇ ਜਾਣਾ ਸ਼ੁਰੂ ਕਰ ਦਿੰਦੇ ਹਨ। ਆਓ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦਾ ਗੁਣਗਾਨ ਕਰਦੀ ਉਹਨਾਂ ਦੇ ਬਚਪਨ ਦੀ ਇੱਕ ਘਟਨਾ ਸਾਂਝੀ ਕਰਦੇ ਹਾਂ। ਉਸ ਸਮੇਂ ਉਹਨਾਂ ਦੇ ਰਾਜ ਦੀ ਸਰਹੱਦ ਇੱਕ ਪਠਾਨਾਂ ਦੇ ਰਾਜ ਨਾਲ ਲੱਗਦੀ ਸੀ ਜੋ ਚੱਠਿਆਂ ਦੇ ਨਵਾਬ ਹਸ਼ਮਤ ਖਾਨ ਚੱਠੇ ਦਾ ਇਲਾਕਾ ਸੀ। ਕਈ ਜੰਗਾਂ ਤੋਂ ਬਾਅਦ ਵੀ ਉਸ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਇੱਕ ਦਿਨ 13 ਕੁ ਸਾਲ ਦਾ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦਾ ਹੈ ਤੇ ਭੁਲੇਖੇ ਨਾਲ ਚੱਠਿਆਂ ਦੇ ਰਾਜ ਵਿੱਚ ਦਾਖਲ ਹੋ ਜਾਂਦਾ ਹੈ, ਜਿੱਥੇ ਕੁਦਰਤੀ ਉਸ ਦਾ ਸਾਹਮਣਾ ਹਸ਼ਮਤ ਖਾਨ ਨਾਲ ਹੋ ਜਾਂਦਾ ਹੈ। ਦੁਸ਼ਮਣ ਦੇ ਇਲਾਕੇ ਵਿੱਚ ਬਿਨਾਂ ਇਜਾਜ਼ਤ ਦਾਖਲ ਹੋ ਜਾਣਾ ਮਿਆਨਾਂ ਤੋਂ ਤਲਵਾਰ ਕਢਾਉਣ ਲਈ ਇੰਨਾ ਕੁ ਕਾਰਨ ਕਾਫੀ ਹੁੰਦਾ ਹੈ। ਦੋਹਾਂ ਧਿਰਾਂ ਦਾ ਆਪਸ ਵਿੱਚ ਜ਼ੋਰਦਾਰ ਮੁਕਾਬਲਾ ਹੁੰਦਾ ਹੈ ਤੇ ਜਿਹੜੇ ਨਵਾਬ ਤੇ ਕਈ ਜੰਗਾਂ ਵਿੱਚ ਵੀ ਪਾਰ ਨਹੀਂ ਪਾਈ ਜਾ ਸਕੀ ਸੀ, ਸ਼ਿਕਾਰ ਖੇਡਣ ਗਿਆ 13 ਸਾਲ ਦਾ ਰਣਜੀਤ ਸਿੰਘ ਉਸ ਦਾ ਸਿਰ ਨੇਜੇ ਤੇ ਟੰਗ ਕੇ ਵਾਪਸ ਮੁੜਦਾ ਹੈ।
ਤੇ ਲਿਆ ਕੇ ਆਪਣੇ ਪਿਤਾ ਮਾਹ ਸਿੰਘ ਦੇ ਚਰਨਾਂ ਵਿੱਚ ਰੱਖ ਦਿੰਦਾ ਹੈ। ਇੰਨਾ ਬਹਾਦਰ ਸੀ ਉਹ ਮੁੱਛਫਟ ਗੱਭਰੂ ਰਣਜੀਤ ਸਿੰਘ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ 12 ਅਪ੍ਰੈਲ 1801 ਨੂੰ 12 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਆਪਣੀ ਮਿਸਲ ਦਾ ਰਾਜ ਸਾਂਭਦੇ ਹਨ। ਇਹ ਉਹ ਸਮਾਂ ਹੈ ਜਦੋਂ ਮਿਸਲਾਂ ਦੀ ਆਪਸ ਵਿੱਚ ਜੰਗ ਇੱਕ ਆਮ ਗੱਲ ਸੀ, ਪਰ ਮਿਸਲਾਂ ਦੀ ਇੱਕ ਪਾਲਿਸੀ ਰਹੀ ਹੈ ਕਿ ਜਦੋਂ ਬਾਹਰੋਂ ਵੱਡਾ ਹਮਲਾਵਰ ਆ ਜਾਂਦਾ ਸੀ ਤਾਂ ਮਿਸਲਾਂ ਦਾ ਆਗੂ ਇੱਕ ਨਾਰਾ ਦਿੰਦਾ ਸੀ, ਮਿਸਲ ਵੰਡ ਹੁਣ ਕਦੇ ਨਾ ਪਾਓ, ਰਲ ਮਿਲ ਖੜ ਪੰਥ ਬਚਾਓ। ਤੇ ਜਦੋਂ ਬਾਹਰੀ ਹਮਲਾਵਰ ਚਲਾ ਜਾਂਦਾ ਸੀ ਮਿਸਲਾਂ ਆਪਸ ਵਿੱਚ ਲੜਦੀਆਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਹੁਰੇ ਦੀ ਮੌਤ ਵੀ ਮਿਸਲਾਂ ਦੀ ਲੜਾਈ ਵਿੱਚ ਹੀ ਉਹਨਾਂ ਦੇ ਪਿਤਾ ਦੇ ਹੱਥੋਂ ਹੋਈ ਸੀ ਤੇ ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਲੜ ਰਹੀਆਂ ਮਿਸਲਾਂ ਨੂੰ ਇਕਜੁੱਟ ਕੀਤਾ ਤੇ ਇਸ ਲਈ ਉਸਨੇ ਸਿਰਫ ਤਾਕਤ ਦੀ ਹੀ ਨਹੀਂ, ਮੈਟਰੀਮੋਨੀਅਲ ਅਲਾਈਅੰਸ, ਬ੍ਰਦਰਹੁੱਡ ਅਲਾਈਅੰਸ ਤੇ ਨੀਤੀਆਂ ਦੀ ਵਰਤੋਂ ਵੀ ਕੀਤੀ ਸੀ। ਕਨ੍ਹਈਆ ਮਿਸਲ ਜਿਸ ਨਾਲ ਉਹਨਾਂ ਦੀ ਸਭ ਤੋਂ ਵੱਡੀ ਦੁਸ਼ਮਣੀ ਸੀ, ਉਹਨਾਂ ਦੀ ਬੱਚੀ ਦਾ ਰਿਸ਼ਤਾ ਲੈ ਕੇ ਰਣਜੀਤ ਸਿੰਘ ਨੇ ਰਿਸ਼ਤਾ ਗੰਢ ਲਿਆ। ਇੱਕ ਹੋਰ ਵੱਡੀ ਮਿਸਲ ਆਹਲੂਵਾਲੀਆਂ ਦੇ ਸਰਦਾਰ ਫਤਿਹ ਸਿੰਘ ਨਾਲ ਰਣਜੀਤ ਸਿੰਘ ਪੱਗਵਟ ਭਰਾ ਬਣਿਆ ਤੇ 32 ਸਾਲ ਤੱਕ ਦੋਵੇਂ ਪੱਗਵਟ ਭਰਾ ਇਕੱਠੇ ਜੰਗੇ ਮੈਦਾਨ ਵਿੱਚ ਜੂਝਦੇ ਰਹੇ। ਇਸ ਤਰ੍ਹਾਂ ਜ਼ੋਰ ਤੇ ਨੀਤੀਆਂ ਦੇ ਦਮ ਤੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇਕਜੁੱਟ ਕੀਤਾ ਤੇ ਫਿਰ ਅੱਗੇ ਵਧਦੇ ਹੋਏ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਸਥਾਪਿਤ ਕਰ ਦਿੱਤਾ। ਕੋਈ ਛੋਟੀ ਗੱਲ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਕੁੱਲ 49 ਲੜਾਈਆਂ ਲੜੀਆਂ ਸੀ ਤੇ ਜੇ ਸਿਰਫ ਤਲਵਾਰ ਨਾਲ ਰਾਜ ਵਧਾਉਣ ਦੀ ਕੋਸ਼ਿਸ਼ ਕਰਦੇ ਤਾਂ ਪਤਾ ਨਹੀਂ ਕਿੰਨੀਆਂ ਹੋਰ ਲੜਨੀਆਂ ਪੈਂਦੀਆਂ ਜਾਂ ਫਿਰ ਸ਼ਾਇਦ ਇਸ ਮੁਕਾਮ ਤੱਕ ਪਹੁੰਚਦੇ ਹੀ ਨਹੀਂ। ਸਿੱਖ ਰਾਜ ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਸੀ ਜਿਸ ਵਿੱਚ ਅੱਜ ਦਾ ਪੰਜਾਬ, ਹਰਿਆਣਾ ਤੇ ਪੂਰਾ ਪਾਕਿਸਤਾਨ ਸ਼ਾਮਿਲ ਸੀ ਤੇ ਪੰਜਾਬ ਦੀਆਂ ਹੱਦਾਂ ਅਫਗਾਨਿਸਤਾਨ ਨੂੰ ਜਾ ਕੇ ਭਿੜਦੀਆਂ ਸੀ। ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਇੱਕ ਪਾਸੇ ਜਿੱਥੇ ਸਾਡਾ ਰਾਜ ਅਫਗਾਨਿਸਤਾਨ ਨਾਲ ਲੱਗਦਾ ਸੀ ਉੱਥੇ ਦੂਜੇ ਪਾਸੇ ਕਸ਼ਮੀਰ, ਲੇਹ ਲਦਾਖ ਨੂੰ ਵਿੱਚ ਲੈਂਦੇ ਹੋਏ ਸਿੱਧਾ ਜਾ ਕੇ ਚੀਨ ਦੀ ਸਰਹੱਦ ਨਾਲ ਲੱਗਦਾ ਸੀ। ਤਿੱਬਤ ਵੀ ਉਦੋਂ ਸਾਡੇ ਕੋਲ ਸੀ। ਇੱਥੇ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਚੀਨ ਦੇ ਬਾਦਸ਼ਾਹ ਤੇ ਨੇਪਾਲ ਦੇ ਰਾਜੇ ਨਾਲ ਸਮਝੌਤਾ ਸੀ। ਇਧਰੋਂ ਅਸੀਂ ਅੱਗੇ ਨਹੀਂ ਆਉਂਦੇ ਤੇ ਉਧਰੋਂ ਤੁਸੀਂ ਅੱਗੇ ਨਹੀਂ ਵਧਣਾ। ਪੰਜਾਬ 'ਚ ਸਤਲੁਜ ਤੇ ਅੰਗਰੇਜ਼ਾਂ ਨਾਲ ਸਮਝੌਤਾ ਸੀ। ਉੱਪਰਲੇ ਪਾਸੇ ਰੂਸ ਨਾਲ ਵੀ ਸੰਧੀ ਕੀਤੀ ਹੋਈ ਸੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਨੈਪੋਲੀਅਨ ਨਾਲ ਵੀ ਸਮਝੌਤੇ ਦੇ ਪ੍ਰੂਫ ਮਿਲਦੇ ਹਨ, ਜਿਸ ਤੋਂ ਬਾਅਦ ਨੈਪੋਲੀਅਨ ਦਾ ਇੱਕ ਜਰਨੈਲ ਪੰਜਾਬ ਵੀ ਭੇਜਿਆ ਗਿਆ ਸੀ ਤੇ ਬਾਅਦ ਵਿੱਚ ਉਸਨੇ ਅੰਗਰੇਜ਼ਾਂ ਦੇ ਖਿਲਾਫ ਸਿੱਖ ਫੌਜ 'ਚ ਰਹਿ ਕੇ ਲੜਾਈਆਂ ਵੀ ਲੜੀਆਂ ਸਨ। ਇਹਨਾਂ ਸਮਝੌਤਿਆਂ ਤੋਂ ਬਾਅਦ ਲਗਭਗ ਸਾਰੀਆਂ ਸਰਹੱਦਾਂ ਤੇ ਸ਼ਾਂਤੀ ਸੀ। ਬਸ ਅਫਗਾਨੀ ਸਰਹੱਦ ਤੇ ਖੜਕਾ ਦੜਕਾ ਚੱਲਦਾ ਰਹਿੰਦਾ ਸੀ ਜਿਸ ਨੂੰ ਕਾਬੂ ਕਰਨ ਲਈ ਸਭ ਤੋਂ ਵੱਧ ਮੁਸ਼ੱਕਤ ਕਰਨੀ ਪਈ ਤੇ ਸਿੱਖਾਂ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਵੀ ਉਸੇ ਸਰਹੱਦ ਤੇ ਧੋਖੇ ਨਾਲ ਸ਼ਹੀਦ ਕੀਤੇ ਗਏ ਸਨ। ਪਰ ਰਾਜ ਦਾ ਵਿਸਤਾਰ ਕਰਨ ਨਾਲੋਂ ਵੀ ਵੱਡੀ ਉਪਲਬਧੀ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਸਮੇਂ ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਰਾਜ ਸੀ। ਬ੍ਰਿਟੇਨ, ਯੂਰਪ, ਅਮਰੀਕਾ ਸਭ ਤੋਂ ਵੱਧ ਅਮੀਰ ਰਾਜੇ ਮਹਾਰਾਜਾਂ ਦੇ ਦੌਰ ਵਿੱਚ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਰੀ ਹੋਈ ਫੌਜ ਨੂੰ ਕਤਲ ਕਰ ਦਿੱਤਾ ਜਾਂਦਾ ਸੀ, ਰਾਜ ਵਿੱਚ ਲੁੱਟ ਖੋਹਾਂ ਤੇ ਬਗਾਵਤਾਂ ਆਮ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਲੰਮੇ ਰਾਜ ਵਿੱਚ ਕਦੀ ਕਿਸੇ ਕੈਦੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਜੰਗੀ ਕੈਦੀ ਨੂੰ ਕਤਲ ਕੀਤਾ ਗਿਆ। ਇਸ 4 ਦਹਾਕਿਆਂ ਦੇ ਸੁਨਹਿਰੇ ਸਮੇਂ ਵਿੱਚ ਪੂਰੇ ਰਾਜ ਵਿੱਚ ਨਾ ਤਾਂ ਕਦੀ ਬਗਾਵਤ ਹੋਈ, ਨਾ ਕੋਈ ਦੰਗੇ ਹੋਏ ਤੇ ਨਾ ਹੀ ਕਿਸੇ ਪਿੰਡ ਨੂੰ ਲੁੱਟਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਨਤਾ ਕਿੰਨੀ ਸੁਖੀ ਸੀ, ਆਓ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਲਮ ਨਾਲ ਲਿਖੇ ਇਸ ਕਿੱਸੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਦਿਨ ਇੱਕ ਸਿਪਾਹੀ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ, ਪਰ ਰਸਤੇ ਵਿੱਚ ਜਦੋਂ ਇਹ ਕੂੜਾ ਢੋਣ ਵਾਲਿਆਂ ਦੀ ਬਸਤੀ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਆਵਾਜ਼ ਸੁਣ ਕੇ ਉਸਦੇ ਕਦਮ ਰੁਕ ਜਾਂਦੇ ਹਨ। ਇੱਕ ਮਾਈ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਸਵਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਤੇ ਉਸ ਦੀ ਲੋਰੀ ਦੇ ਬੋਲ ਕੁਝ ਇਸ ਤਰ੍ਹਾਂ ਹੁੰਦੇ ਹਨ। ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ, ਮਹਿਤਾਬ ਦੌੜਦੀ ਆਈ। ਯਾਨੀ ਕਿ ਮੇਰੇ ਪੁੱਤਰਾ, ਤੂੰ ਪੂਰੀ ਟੌਰ ਨਾਲ, ਪੂਰੀ ਰੋਬ ਨਾਲ ਜ਼ਿੰਦਗੀ ਜੀ। ਤੇਰੀ ਸੇਵਾ ਕਰਨ ਲਈ ਆਪਾਂ ਰਣਜੀਤ ਸਿੰਘ ਨੂੰ ਨੌਕਰ ਰੱਖਿਆ ਹੋਇਆ ਹੈ ਤੇ ਸਦਾ ਕੌਰ ਜਿਹੜੀ ਮਹਾਰਾਜੇ ਦੀ ਸੱਸ ਹੈ ਉਹ ਮੇਰੇ ਪੁੱਤਰ ਦੀ ਖਿਡਾਰਨ ਹੈ ਤੇ ਮਹਾਰਾਣੀ ਮਹਿਤਾਬ ਕੌਰ ਸਾਡੇ ਘਰ ਦਾ ਕੰਮ ਕਰਨ ਵਾਲੀ ਹੈ। ਉਸ ਸਿਪਾਹੀ ਨੇ ਅਗਲੇ ਦਿਨ ਮਹਾਰਾਜੇ ਨੂੰ ਸਾਰੀ ਗੱਲ ਦੱਸੀ। ਮਹਾਰਾਜ ਨੇ ਉਸ ਬੀਬੀ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਬੀਬੀ ਨੂੰ ਬੱਚੇ ਸਮੇਤ ਦਰਬਾਰ ਵਿੱਚ ਲਿਆਇਆ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਬੀਬੀ ਉਹ ਲੋਰੀ ਦੁਬਾਰਾ ਗਾ ਕੇ ਸੁਣਾਓ। ਹੁਣ ਬੀਬੀ ਦਾ ਤਾਂ ਸਾਹ ਰੁਕਿਆ ਪਿਆ ਸੀ ਕਿ ਪਤਾ ਨਹੀਂ ਹੁਣ ਕੀ ਹੋਣਾ ਹੈ। ਉਸਨੇ ਦਬਦੀ ਜ਼ੁਬਾਨ ਵਿੱਚ ਲੋਰੀ ਦੁਬਾਰਾ ਸੁਣਾਈ ਤੇ ਲੋਰੀ ਸੁਣ ਕੇ ਮਹਾਰਾਜ ਨੇ ਉਸ ਦੇ ਪੈਰਾਂ ਵਿੱਚ ਮੱਥਾ ਟੇਕ ਦਿੱਤਾ ਤੇ ਕਹਿਣ ਲੱਗੇ, ਮਾਤਾ ਅੱਜ ਤੁਹਾਡੇ ਸਦਕਾ ਮੇਰੇ ਜਿਉਣ ਦਾ, ਮੇਰੇ ਰਾਜ ਕਰਨ ਦਾ ਮਕਸਦ ਪੂਰਾ ਹੋ ਗਿਆ ਹੈ। ਮੈਂ ਹਮੇਸ਼ਾ ਤੋਂ ਹੀ ਇਹੋ ਜਿਹਾ ਆਜ਼ਾਦ ਰਾਜ ਹੀ ਸਥਾਪਿਤ ਕਰਨਾ ਚਾਹੁੰਦਾ ਸਾਂ ਜਿਸ ਵਿੱਚ ਪਰਜਾ ਖੁਦ ਨੂੰ ਮਾਲਕ ਤੇ ਮੈਨੂੰ ਉਹਨਾਂ ਦਾ ਸੇਵਕ ਸਮਝੇ।
ਕਹਿਣ ਲੱਗੇ ਕਿ ਇਨਾਮ ਵਜੋਂ ਇਸ ਮਾਈ ਨੂੰ ਬੱਚੇ ਦੇ ਬਰਾਬਰ ਤੋਲ ਕੇ ਸੋਨਾ ਦੇ ਦਿੱਤਾ ਜਾਵੇ। ਹੁਣ ਜਰਾ ਸੋਚ ਕੇ ਦੇਖੋ ਕਿ ਕਿੰਨਾ ਖੁਸ਼ਹਾਲ ਤੇ ਆਜ਼ਾਦ ਰਾਜ ਰਿਹਾ ਹੋਊਗਾ ਉਸ ਮਹਾਰਾਜੇ ਦਾ, ਜਿੱਥੇ ਇੱਕ ਕੂੜਾ ਚੁੱਕਣ ਵਾਲੀ ਵੀ ਮਹਾਰਾਜੇ ਤੇ ਉਸਦੇ ਪਰਿਵਾਰ ਨੂੰ ਆਪਣਾ ਸੇਵਕ ਮੰਨਦੀ ਸੀ। ਯੂਰਪ ਤੇ ਈਸਾਈ ਮਤ ਵਿੱਚ ਪੋਪ ਤੋਂ ਵੱਧ ਪਾਵਰ ਜੇ ਕਿਸੇ ਦੇ ਹੱਥ ਵਿੱਚ ਮੰਨੀ ਗਈ ਹੈ ਤਾਂ ਉਹ ਹੈ ਬ੍ਰਿਟੇਨ ਦੀ ਮਹਾਰਾਣੀ। ਤੇ ਅੱਜ ਮਹਾਰਾਣੀ ਦੇ ਤਾਜ ਦੀ ਸ਼ਾਨ ਜਿਸ ਹੀਰੇ ਨਾਲ ਹੈ, ਉਹ ਕਿਸੇ ਸਮੇਂ ਸਿੱਖ ਰਾਜ ਦੀ ਸ਼ਾਨ ਹੋਇਆ ਕਰਦਾ ਸੀ ਤੇ ਉਸ ਸਮੇਂ ਪੂਰੀ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਮੰਨਿਆ ਗਿਆ ਸੀ। ਪਰ ਇਹ ਹੀਰਾ ਸਿੱਖ ਰਾਜ ਕੋਲ ਆਇਆ ਕਿੱਥੋਂ? ਇਹ ਵੀ ਇੱਕ ਬੜੀ ਹੀ ਇੰਟਰਸਟਿੰਗ ਸਟੋਰੀ ਹੈ। ਆਓ ਇਸ ਹੀਰੇ ਦਾ ਇਤਿਹਾਸ ਫਰੋਲ ਕੇ ਦੇਖਦੇ ਹਾਂ। ਗੋਲਕੁੰਡਾ ਦੀਆਂ ਖਦਾਨਾਂ ਚੋਂ ਨਿਕਲਣ ਤੋਂ ਬਾਅਦ ਇਹ ਹੀਰਾ ਲਗਭਗ 700 ਸਾਲਾਂ ਤੱਕ ਦੱਖਣ ਦੇ ਰਾਜਸੀ ਪਰਿਵਾਰਾਂ ਕੋਲ ਰਿਹਾ। ਫਿਰ ਤਖਤਾ ਪਲਟ ਦੇ ਕਈ ਦੌਰ ਚੱਲੇ ਤੇ ਇਹ ਹੀਰਾ ਮੁਗਲ ਬਾਦਸ਼ਾਹ ਹੁਮਾਯੂੰ ਨੇ ਜਿੱਤ ਲਿਆ ਤੇ ਪੀੜ੍ਹੀ ਦਰ ਪੀੜ੍ਹੀ ਹੁੰਦਾ ਹੋਇਆ ਔਰੰਗਜ਼ੇਬ ਕੋਲ ਪਹੁੰਚ ਗਿਆ। ਪਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਦਾ ਤਖਤ ਕਮਜ਼ੋਰ ਪੈਣ ਲੱਗ ਪਿਆ ਤੇ ਦਿੱਲੀ ਰਾਜ ਦੇ ਨਾਲ-ਨਾਲ ਇਹ ਹੀਰਾ ਵੀ ਨਾਦਰ ਸ਼ਾਹ ਨੇ ਜਿੱਤ ਲਿਆ ਤੇ ਨਾਦਰ ਸ਼ਾਹ ਨੂੰ ਹਰਾ ਕੇ ਇਸ ਹੀਰੇ ਤੇ ਅਹਿਮਦ ਸ਼ਾਹ ਅਬਦਾਲੀ ਨੇ ਕਬਜ਼ਾ ਕਰ ਲਿਆ। ਪਰ ਅਹਿਮਦ ਸ਼ਾਹ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਤਖਤ ਦੇ ਲਈ ਲੜਾਈ ਛਿੜ ਗਈ। ਅਬਦਾਲੀ ਸ਼ਾਹ ਸਜਾਦ ਨੂੰ ਆਪਣਾ ਵਾਰਿਸ ਬਣਾਉਣਾ ਚਾਹੁੰਦਾ ਸੀ ਤੇ ਹੀਰਾ ਵੀ ਉਸਨੇ ਸ਼ਾਹ ਸਜਾਦ ਨੂੰ ਹੀ ਦੇ ਦਿੱਤਾ ਸੀ। ਪਰ ਤਖਤ ਤੇ ਕਬਜ਼ ਫਤਿਹ ਖਾਂ ਹੋ ਗਿਆ ਤੇ ਉਸਨੇ ਹੀਰੇ ਲਈ ਸ਼ਾਹ ਸਜਾਦ ਨੂੰ ਕੈਦ ਕਰ ਲਿਆ। ਪਰ ਸ਼ਾਹ ਸਜਾਦ ਨੇ ਉਸ ਹੀਰੇ ਨੂੰ ਕਿਤੇ ਲੁਕੋ ਦਿੱਤਾ ਤੇ ਆਪ ਭੱਜ ਕੇ ਸ਼੍ਰੀਨਗਰ ਆ ਗਿਆ। ਸ਼੍ਰੀਨਗਰ ਦੇ ਹਾਕਮ ਜ਼ਫਰ ਖਾਨ ਨੂੰ ਜਦੋਂ ਹੀਰੇ ਬਾਰੇ ਪਤਾ ਲੱਗਾ ਤਾਂ ਉਸਨੇ ਵੀ ਸ਼ਾਹ ਸਜਾਦ ਨੂੰ ਕੈਦ ਕਰ ਲਿਆ। ਸ਼ਾਹ ਸਜਾਦ ਦੀ ਪਤਨੀ ਵਫਾ ਬੇਗਮ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਨਜ਼ਦੀਕੀਆਂ ਨਾਲ ਸਲਾਹ ਕੀਤੀ ਤੇ ਚਾਰੇ ਪਾਸੇ ਨਜ਼ਰ ਦੌੜਾਉਣ ਤੇ ਉਹਨੂੰ ਸਿਰਫ ਇੱਕੋ ਹੀ ਇਨਸਾਨ ਦਿਖਿਆ ਜੋ ਉਸਦੇ ਪਤੀ ਦੀ ਜਾਨ ਬਚਾ ਸਕਦਾ ਸੀ, ਮਹਾਰਾਜਾ ਰਣਜੀਤ ਸਿੰਘ। ਵਫਾ ਬੇਗਮ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋਈ ਤੇ ਉਸਨੇ ਬੇਨਤੀ ਕੀਤੀ ਕਿ ਜੇ ਉਸਦੇ ਪਤੀ ਦੀ ਜਾਨ ਬਚਾ ਲਈ ਜਾਵੇ ਤਾਂ ਬਦਲੇ ਵਿੱਚ ਉਹ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਨੂੰ ਦੇਣ ਦਾ ਵਾਅਦਾ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਤਾਂ ਪਹਿਲਾਂ ਹੀ ਕਾਬੁਲ ਤੇ ਸ਼੍ਰੀਨਗਰ ਵਾਲੇ ਇਲਾਕਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਕਿਉਂਕਿ ਸਾਰੇ ਵਿਦੇਸ਼ੀ ਹਮਲਾਵਰ ਇਸੇ ਇਲਾਕੇ ਤੋਂ ਹੀ ਭਾਰਤ ਵਿੱਚ ਦਾਖਲ ਹੁੰਦੇ ਸਨ। ਇਸ ਲਈ ਭਾਰਤ ਵਿੱਚ ਸ਼ਾਂਤੀ ਬਣਾਉਣ ਲਈ ਇਸ ਇਲਾਕੇ ਤੇ ਕਬਜ਼ਾ ਕਰਨਾ ਜ਼ਰੂਰੀ ਸੀ। ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਗੇਟਵੇ ਆਫ ਇੰਡੀਆ ਵੀ ਕਿਹਾ ਹੈ। ਪਰ ਕੋਈ ਕਾਰਨ ਸੀ ਜੋ ਮਹਾਰਾਜਾ ਨੂੰ ਇਸ ਕਦਮ ਨੂੰ ਚੁੱਕਣ ਤੋਂ ਰੋਕ ਰਿਹਾ ਸੀ, ਕਿਉਂਕਿ ਰਣਜੀਤ ਸਿੰਘ ਨੂੰ ਪਤਾ ਸੀ ਕਿ ਇਸ ਅਭਿਆਨ ਵਿੱਚ ਹਜ਼ਾਰਾਂ ਸਿੱਖਾਂ ਦੀ ਸ਼ਹੀਦੀ ਹੋਣੀ ਹੈ। ਇਸ ਲਈ ਕੋਈ ਝਿਜਕ ਮਹਾਰਾਜਾ ਨੂੰ ਇਹ ਕਦਮ ਚੁੱਕਣ ਤੋਂ ਰੋਕ ਰਹੀ ਸੀ। ਪਰ ਵਫਾ ਬੇਗਮ ਦੇ ਬੇਨਤੀ ਕਰਨ ਤੋਂ ਬਾਅਦ ਮਹਾਰਾਜਾ ਨੇ ਆਪਣੀ ਫੌਜ ਦੇ ਮੁੱਖ ਜਰਨੈਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਨਿਧਾਨ ਸਿੰਘ ਪੰਜ ਹੱਥਾਂ ਨੂੰ ਲੈ ਕੇ ਸ਼੍ਰੀਨਗਰ ਤੇ 2 ਵਾਰ ਚੜ੍ਹਾਈ ਕੀਤੀ। ਪਹਿਲੀ ਵਾਰ ਬਰਫ਼ ਪੈਣ ਕਾਰਨ ਉਹਨਾਂ ਨੂੰ ਪੀਰ ਪੰਜਾਬ ਦੇ ਇਲਾਕੇ ਤੋਂ ਵਾਪਸ ਆਉਣਾ ਪਿਆ ਤੇ ਦੂਜੀ ਵਾਰ ਫਿਰ ਉਹਨਾਂ ਨੇ ਗਰਮੀ ਵਿੱਚ ਹਮਲਾ ਕੀਤਾ। ਜੰਗ ਦੇ ਪਹਿਲੇ ਦਿਨ ਹੀ 350 ਸਿੰਘ ਸ਼ਹੀਦ ਹੋ ਗਏ। ਉਸ ਜਗ੍ਹਾ ਤੇ ਸ਼੍ਰੀਨਗਰ ਵਿੱਚ ਅੱਜ ਗੁਰਦੁਆਰਾ ਸ਼ਹੀਦਗੰਜ ਸਥਾਪਿਤ ਹੈ। ਇਸ ਅਭਿਆਨ ਦਾ ਅੰਤ ਹੁੰਦਿਆਂ ਕਈ ਸਾਲ ਲੱਗ ਗਏ ਤੇ ਅਫਗਾਨਿਸਤਾਨ ਦੀ ਹੱਦ ਤੇ ਕਬਜ਼ਾ ਕਰਕੇ ਉੱਥੇ ਇੱਕੋ ਲਾਈਨ ਵਿੱਚ 143 ਪਿੰਡ ਵਸਾਏ ਗਏ ਤਾਂ ਕਿ ਪੂਰੇ ਬਾਰਡਰ ਨੂੰ ਕਵਰ ਕੀਤਾ ਜਾ ਸਕੇ। ਇਹਨਾਂ ਵਿਦੇਸ਼ੀ ਹਮਲਾਵਰਾਂ ਤੇ ਕਿਸ ਤਰ੍ਹਾਂ ਬੰਨ ਲਾਇਆ ਗਿਆ, ਇਹ ਵੀ ਇੱਕ ਬੜੀ ਹੀ ਇੰਟਰਸਟਿੰਗ ਸਟੋਰੀ ਹੈ ਜੋ ਤੁਸੀਂ ਸਰਦਾਰ ਹਰੀ ਸਿੰਘ ਨਲੂਆ ਵਾਲੇ ਵੀਡੀਓ ਵਿੱਚ ਦੇਖ ਸਕਦੇ ਹੋ। ਇਸ ਤੋਂ ਬਾਅਦ ਸ਼ਾਹ ਸਜਾਦ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਅਸੀਂ ਤੁਹਾਡੇ ਪਤੀ ਨੂੰ ਬਚਾ ਲਿਆ ਹੈ, ਹੁਣ ਵਾਅਦੇ ਦੇ ਮੁਤਾਬਿਕ ਹੀਰਾ ਸਾਨੂੰ ਦੇ ਦਿੱਤਾ ਜਾਵੇ। ਪਰ ਵਫਾ ਬੇਗਮ ਤੇ ਸ਼ਾਹ ਸਜਾਦ ਹੀਰਾ ਦੇਣ ਤੋਂ ਇੱਥੇ ਵੀ ਮੁੱਕਰ ਜਾਂਦੇ ਹਨ। ਹੁਣ ਇੱਥੇ ਜਿਗਰਾ ਦੇਖੋ ਸ਼ੇਰੇ ਪੰਜਾਬ ਦਾ। ਮਹਾਰਾਜ ਕਹਿੰਦੇ ਹਨ ਕਿ ਸ਼ਾਹ ਸਜਾਦ ਤੂੰ ਸਾਡੀ ਕੈਦ ਵਿੱਚ ਹੈ, ਮੈਂ ਚਾਹਾਂ ਤਾਂ ਤਸੀਹੇ ਦੇ ਕੇ ਵੀ ਤੇਰੇ ਤੋਂ ਹੀਰਾ ਲੈ ਸਕਦਾ ਹਾਂ, ਪਰ ਮੈਂ ਗੁਰੂ ਦਾ ਸਿੱਖ ਹਾਂ, ਮੈਂ ਐਵੇਂ ਨਹੀਂ ਕਰੂੰਗਾ। ਤੂੰ ਇਹ ਦੱਸ ਕਿ ਹੀਰੇ ਦੀ ਕੀਮਤ ਕਿੰਨੀ ਲਵੇਂਗਾ। ਤੇ ਫਿਰ 2 ਲੱਖ ਮੋਹਰਾਂ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸਜਾਦ ਤੋਂ ਉਹ ਹੀਰਾ ਖਰੀਦ ਲਿਆ ਤੇ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਉਹ ਹੀਰਾ ਇੰਗਲੈਂਡ ਲਿਜਾ ਕੇ ਮਹਾਰਾਣੀ ਨੂੰ ਤੋਹਫੇ ਵਿੱਚ ਦੇ ਦਿੱਤਾ। ਜਦੋਂ ਆਪਾਂ ਕਿਸੇ ਮਹਾਨ ਸ਼ਖਸੀਅਤ ਦੀ ਤਸਵੀਰ ਮਨ ਵਿੱਚ ਉਕੇਰਦੇ ਹਾਂ ਤਾਂ ਆਪਾਂ ਚਾਹੁੰਦੇ ਹਾਂ ਕਿ ਉਹ ਰੱਬ ਦੀ ਤਰ੍ਹਾਂ ਸਰਵ ਗੁਣ ਸੰਪੂਰਨ ਹੋਵੇ, ਬਟ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਮਨੁੱਖ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਕਮੀਆਂ ਤਾਂ ਹਰ ਮਨੁੱਖ ਵਿੱਚ ਹੀ ਹੁੰਦੀਆਂ ਹਨ ਤੇ ਰਣਜੀਤ ਸਿੰਘ ਵੀ ਇਸ ਤੋਂ ਵੱਖ ਨਹੀਂ ਸੀ। ਮਹਾਰਾਜੇ ਦੇ ਪੁੱਤਰ ਖੜਕ ਸਿੰਘ ਦੀ ਮੰਗਣੀ ਦੇ ਉਤਸਵ ਵਿੱਚ ਇੱਕ ਮੁਸਲਮਾਨ ਨਚਾਰ ਮੋਰਾ ਨੂੰ ਬੁਲਾਇਆ ਜਾਂਦਾ ਹੈ। ਉਸ ਮੁਸਲਮਾਨ ਨਚਾਰ ਮੋਰਾ ਦੇ ਨਾਚ ਤੇ ਉਹਦੀ ਸੁੰਦਰਤਾ ਤੋਂ ਮਹਾਰਾਜਾ ਇੰਨੇ ਪ੍ਰਭਾਵਿਤ ਹੁੰਦੇ ਹਨ ਕਿ ਉਹਦੇ ਇਸ਼ਕ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ ਤੇ ਕੁਝ ਟਾਈਮ ਬਾਅਦ ਮਹਾਰਾਜੇ ਨੇ ਮੋਰਾ ਨਾਲ ਵਿਆਹ ਵੀ ਕਰਵਾ ਲਿਆ ਸੀ। ਇਸ ਵਿਆਹ ਦਾ ਪੂਰੇ ਖਾਲਸਾ ਰਾਜ ਵਿੱਚ ਪੁਰਜ਼ੋਰ ਵਿਰੋਧ ਕੀਤਾ ਗਿਆ। ਉਸ ਸਮੇਂ ਦੇ ਜਥੇਦਾਰ ਉਦੋਂ ਰਾਜੇ ਮਹਾਰਾਜਿਆਂ ਨਾਲ ਵੱਧ ਪਾਵਰ ਰੱਖਦੇ ਸਨ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਮਹਾਰਾਜੇ ਨੂੰ ਅਕਾਲ ਤਖਤ ਸਾਹਿਬ ਹਾਜ਼ਰ ਹੋਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਪਰ ਮਹਾਨ ਸ਼ਖਸੀਅਤ ਉਹੀ ਹੁੰਦੀ ਹੈ ਜੋ ਆਪਣੀ ਗਲਤੀ ਮੰਨ ਲਵੇ। ਰਣਜੀਤ ਸਿੰਘ ਨੇ ਵੀ ਮਹਾਰਾਜ ਹੋਣ ਦੇ ਬਾਵਜੂਦ ਆਪਣੀ ਈਗੋ ਨੂੰ ਸਾਈਡ ਰੱਖਦੇ ਹੋਏ ਆਪਣੀ ਗਲਤੀ ਮੰਨ ਲਈ ਤੇ ਨੰਗੇ ਪੈਰੀ ਸਫ਼ਰ ਕਰਦੇ ਹੋਏ ਅਕਾਲ ਤਖਤ ਸਾਹਿਬ ਹਾਜ਼ਰ ਹੋਏ। ਪੰਜਾਂ ਪਿਆਰਿਆਂ ਵੱਲੋਂ ਰਣਜੀਤ ਸਿੰਘ ਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ, ਜੋ ਮਹਾਰਾਜ ਨੇ ਖੁਸ਼ੀ-ਖੁਸ਼ੀ ਕਬੂਲ ਕਰ ਲਈ। ਪਰ ਇੱਕ ਮਹਾਰਾਜ ਹੋਣ ਦੇ ਬਾਅਦ ਵੀ ਇੰਨੀ ਨਿਮਰਤਾ ਵੇਖ ਕੇ ਉਹਨਾਂ ਦੀ ਸਜ਼ਾ ਘਟਾ ਕੇ 1,25,000 ਰੁਪਏ ਨਾਨਕਸ਼ਾਹੀ ਰੁਪਈਆਂ ਦੇ ਜੁਰਮਾਨੇ ਵਿੱਚ ਬਦਲ ਦਿੱਤੀ ਗਈ। ਮੋਰਾਂ ਦਾ ਖੁਮਾਰ ਵੀ ਮਹਾਰਾਜੇ ਦੇ ਸਿਰ ਥੋੜਾ ਚਿਰ ਹੀ ਰਿਹਾ। ਉਸ ਤੋਂ ਬਾਅਦ ਮੋਰਾਂ ਨੂੰ ਪਠਾਨਕੋਟ ਕੋਲ ਜਗੀਰ ਦੇ ਕੇ ਉੱਥੇ ਭੇਜ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਇੱਕ ਵੀਡੀਓ ਵਿੱਚ ਸ਼ੇਅਰ ਕਰਨਾ ਪੋਸੀਬਲ ਨਹੀਂ ਹੈ, ਸੋ ਬਾਕੀ ਦੀਆਂ ਗੱਲਾਂ ਆਪਾਂ ਨੈਕਸਟ ਵੀਡੀਓ ਵਿੱਚ ਸ਼ੇਅਰ ਕਰਾਂਗੇ। ਵੀਡੀਓ ਨੂੰ ਐਂਡ ਤੱਕ ਦੇਖਣ ਲਈ, ਲਾਈਕ ਅਤੇ ਦੱਬ ਕੇ ਸ਼ੇਅਰ ਕਰਨ ਲਈ, ਹੋਰਾਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਡੇਲੀ ਅਪਡੇਟ ਰਹਿਣ ਲਈ ਹੁਣ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।